ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪ ਜੀ ਸੁਣ ਰਹੇ ਹੋ ਕੀਰਤਨ ਗੁਰਬਾਣੀ ਚੈਨਲ। ਆਪ ਜੀ ਨੂੰ ਸਾਰਿਆਂ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਇਸ ਚੈਨਲ ਦੇ ਸਦਕੇ, ਇਸ ਚੈਨਲ ਦੇ ਰਾਹੀਂ ਆਪ ਜੀ ਕੀਰਤਨ, ਕਥਾ ਵਿਚਾਰਾਂ ਅਤੇ ਪਾਠ, ਹੋਰ ਗੁਰਬਾਣੀ ਦੇ ਵਿਚਾਰ ਸਰਵਣ ਕਰ ਰਹੇ ਹੋ। ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪ ਜੀ ਸਾਰੇ ਇਸ ਪ੍ਰੋਗਰਾਮ ਨੂੰ ਸੁਣਨ ਲਈ ਆਪਣੇ ਮੋਬਾਈਲਸ ਔਨ ਕਰਕੇ ਬੈਠੇ ਹੋ। ਸੋ ਜਿਵੇਂ ਕਿ ਆਪ ਜੀ ਸਾਰੇ ਇਸ ਉਡੀਕ ਵਿੱਚ ਬੈਠੇ ਹੋ ਇਸ ਪ੍ਰੋਗਰਾਮ ਨੂੰ ਸੁਣਨ ਲਈ, ਮੈਂ ਆਪ ਜੀ ਨੂੰ ਗੱਲ ਸ਼ੇਅਰ ਕਰਾਂ, ਕਿਉਂਕਿ ਇੱਥੇ ਆਪ ਜੀ ਨੂੰ ਪ੍ਰਵਚਨ ਦੇਣ ਲਈ, ਲੈਕਚਰ ਦੇਣ ਲਈ ਅਸੀਂ ਨਹੀਂ ਹਾਂ। ਅਸੀਂ ਗੱਲ ਆਪ ਜੀ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ। ਸੋ ਮੇਰੀ ਸ਼ੇਅਰਿੰਗ ਕੀ ਹੈ? ਕਈ ਵਾਰ ਮਨੁੱਖ ਬਹੁਤ ਉਦਾਸ ਹੋ ਜਾਂਦਾ ਹੈ। ਪ੍ਰੈਕਟੀਕਲ ਰੂਪ ਵਿੱਚ ਮੇਰੇ ਨਾਲ ਵੀ ਹੋਇਆ। ਮਹਾਂਪੁਰਸ਼ਾਂ ਨਾਲ ਜੁੜਿਆਂ ਵਿਚਾਰ ਮਿਲਦੇ ਨੇ, ਉਹਨਾਂ ਦੀ ਸਿੱਖਿਆਵਾਂ ਮਿਲਦੀਆਂ ਨੇ, ਮਨ ਬੜਾ ਉਦਾਸ ਸੀ। ਅਤੇ ਮਹਾਂਪੁਰਸ਼ਾਂ ਨੇ ਵਿਚਾਰ ਦੱਸਦੇ, ਰਹਿਮਤਾਂ ਝੋਲੀ ਵਿੱਚ ਪਾਈਆਂ। ਕਹਿੰਦੇ, ਕ੍ਰਿਸ਼ਨ ਜੀ ਨੂੰ ਅਰਜੁਨ ਨੇ ਇੱਕ ਵਾਰ ਆਖਿਆ, ਜਦੋਂ ਅਰਜੁਨ ਨੇ ਸਵਾਲ ਕੀਤਾ, ਮਹਾਰਾਜ ਕੀ ਹੋਵੇਗਾ, ਮੈਂ ਕੀ ਕਰਾਂ? ਕ੍ਰਿਸ਼ਨ ਜੀ ਕਹਿਣ ਲੱਗੇ, ਕਰਮ ਕਰ, ਫਲ ਦੀ ਇੱਛਾ ਨਾ ਕਰ। ਜਦੋਂ ਮਹਾਂਪੁਰਸ਼ਾਂ ਨੇ ਇਹ ਗੱਲ ਮੈਨੂੰ ਸੁਣਾਈ, ਸਾਧ ਸੰਗਤ, ਕੁਛ ਐਵੇਂ ਜਿਵੇਂ ਕਿਸੇ ਪੌਦੇ ਨੂੰ ਪਾਣੀ ਮਿਲ ਜਾਂਦਾ ਹੈ। ਮੇਰੇ ਨਾਲ ਤਾਂ ਇਉਂ ਵਾਪਰਿਆ ਹੈ, ਜਿਵੇਂ ਕਿਸੇ ਪੌਦੇ ਨੂੰ ਪਾਣੀ ਮਿਲ ਜਾਂਦਾ ਹੈ। ਸਰਵਣ ਕਰਨਾ। ਕਹਿੰਦੇ, ਕ੍ਰਿਸ਼ਨ ਜੀ ਨੇ ਕਿਹਾ, ਕਰਮ ਕਰ, ਫਲ ਦੀ ਚਿੰਤਾ ਨਾ ਕਰ, ਫਲ ਦੀ ਇੱਛਾ ਨਾ ਕਰ। ਬੜੀ ਜਗ੍ਹਾ ਆਪ ਜੀ ਨੇ ਇਹ ਪੜ੍ਹਿਆ ਵੀ ਹੋਣਾ, ਲਿਖਿਆ ਹੋਇਆ। ਪਰ ਜਿਵੇਂ ਕਿ ਮਹਾਂਪੁਰਸ਼ਾਂ ਨੇ ਸੁਣਾਇਆ, ਕਹਿੰਦੇ, ਫਿਰ ਅਰਜੁਨ ਨੇ ਪੁੱਛਿਆ ਦੁਬਾਰਾ, ਮਹਾਰਾਜ ਮੇਰਾ ਕੀ ਹੋਵੇਗਾ, ਕੀ ਬਣੇਗਾ, ਕੀ ਕਰਾਂ, ਕਿਵੇਂ ਕਰਾਂ? ਕ੍ਰਿਸ਼ਨ ਜੀ ਕਹਿਣ ਲੱਗੇ, ਮੈਂ ਤੈਨੂੰ ਸਮਝਾਇਆ ਹੈ ਨਾ, ਕਰਮ ਕਰ, ਫਲ ਦੀ ਇੱਛਾ ਨਾ ਕਰ। ਫਿਰ ਥੋੜਾ ਸਮਾਂ ਬੀਤਿਆ। ਅਰਜੁਨ ਨੇ ਫਿਰ ਪੁੱਛਿਆ ਕ੍ਰਿਸ਼ਨ ਜੀ ਪਾਸੋਂ, ਮਹਾਰਾਜ ਮੇਰਾ ਕੀ ਬਣੇਗਾ, ਕੀ ਕਰੀਏ, ਕੀ ਕਰਨਾ ਚਾਹੀਦਾ? ਅਤੇ ਜਦੋਂ ਹੁਣ ਪੁੱਛਿਆ ਤੇ ਕ੍ਰਿਸ਼ਨ ਜੀ ਨੇ ਆ ਕੇ ਅਰਜੁਨ ਦੀ ਬਾਂਹ ਫੜ ਲਈ, ਅਤੇ ਬਾਂਹ ਫੜ ਕੇ ਬੜੇ ਪ੍ਰੇਮ ਨਾਲ ਆਖਣ ਲੱਗੇ, ਮੇਰੇ ਪਿਆਰੇ, ਮੇਰੇ ਪ੍ਰੀਏ, ਮੇਰੇ ਪ੍ਰੇਮੀ। ਕਹਿੰਦੇ, ਮੈਂ ਤੈਨੂੰ ਸਮਝਾਇਆ ਹੈ ਨਾ, ਕਰਮ ਕਰ, ਫਲ ਦੀ ਇੱਛਾ ਨਾ ਕਰ। ਮੈਂ ਕੋਈ ਬੇਈਮਾਨ ਥੋੜ੍ਹੀ ਹਾਂ। ਅਤੇ ਇਤਨੇ ਜੋ ਕ੍ਰਿਸ਼ਨ ਜੀ ਨੇ ਵਿਚਾਰ ਬੋਲੇ ਨਾ, ਇਤਨੇ ਜੋ ਕ੍ਰਿਸ਼ਨ ਜੀ ਨੇ ਸ਼ਬਦ ਬੋਲੇ, ਉਸ ਵਿੱਚ ਸਾਰਾ ਗਿਆਨ ਛਿਪਿਆ ਹੋਇਆ। ਕਹਿੰਦੇ, ਮੈਂ ਕੋਈ ਬੇਈਮਾਨ ਥੋੜ੍ਹੀ ਹਾਂ। ਉਹ ਪਰਮਾਤਮਾ ਬੇਈਮਾਨ ਨਹੀਂ ਹੈ। ਬਸ ਕਿਤੇ ਮਨੁੱਖ ਨੂੰ ਇਸ ਗੱਲ ਦਾ ਭਰੋਸਾ ਪੈ ਜਾਵੇ ਕਿ ਪਰਮਾਤਮਾ ਲਈ ਕੀਤਾ ਹੋਇਆ ਕੋਈ ਵੀ ਕਰਮ ਸ਼ੁਭ ਕਰਮ ਹੈ, ਜਿਸ ਦਾ ਕਿ ਰਿਵਾਰਡ ਉਸਨੂੰ ਮਿਲਣਾ ਹੀ ਮਿਲਣਾ ਹੈ। ਪਰਮਾਤਮਾ ਲਈ ਭਗਤੀ ਕੀਤੀ, ਪਰਮਾਤਮਾ ਲਈ ਸੇਵਾ ਕੀਤੀ, ਪਰਮਾਤਮਾ ਲਈ ਆਪਣੇ ਜੀਵਨ ਨੂੰ ਜੀਆ, ਉਸ ਦਾ ਰਿਵਾਰਡ ਪਰਮਾਤਮਾ ਨੇ ਤੈਨੂੰ ਦੇਣਾ ਹੀ ਦੇਣਾ, ਤੇਰਾ ਭਲਾ ਹੋਣਾ ਹੀ ਹੋਣਾ ਹੈ, ਕਿਉਂਕਿ ਪਰਮਾਤਮਾ ਬੇਈਮਾਨ ਨਹੀਂ ਹੈ। ਬਸ ਫਰਕ ਸਿਰਫ ਇਤਨਾ ਹੁੰਦਾ ਹੈ, ਸਾਧ ਸੰਗਤ, ਸਾਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਅੱਗੇ ਕੀ ਹੋਣਾ ਹੈ ਅਤੇ ਇਹ ਰਿਵਾਰਡ ਕਦੋਂ ਮਿਲਣਾ ਹੈ। ਪਰ ਇਹ ਗੱਲ ਪੱਕੀ ਹੈ ਕਿ ਜੇ ਭਲਾ ਬੀਜਿਆ ਤਾਂ ਭਲਾ ਮਿਲਣਾ ਹੀ ਹੈ, ਕਿਉਂਕਿ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਆਖਦੇ ਨੇ, ਦਿੱਤਾ ਲਈਏ ਆਪਣਾ,
ਅਣ ਦਿੱਤਾ ਕਿਛ ਹੱਥ ਨਾ ਆਵੇ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਬੀਜੇ ਬਿਖ ਤੇ ਮੰਗੇ ਅੰਮ੍ਰਿਤ। ਇਹ ਕਿਵੇਂ ਹੋ ਸਕਦਾ ਹੈ? ਵਿਸ਼ ਬੀਜ ਕੇ ਮਨੁੱਖ ਚਾਵੇ ਮੈਨੂੰ ਅੰਮ੍ਰਿਤ ਮਿਲ ਜਾਵੇਗਾ, ਕਿੱਥੋਂ ਮਿਲ ਜਾਵੇਗਾ? ਜੇ ਵਿਸ਼ ਬੀਜਿਆ ਤੇ ਵਿਸ਼ ਹੀ ਮਿਲਣਾ ਹੈ। ਜੇ ਚੰਗਿਆਈਆਂ ਬੀਜੀਆਂ ਨੇ, ਚੰਗਿਆਈਆਂ ਹੀ ਮਿਲਣੀਆਂ। ਚੰਗੇ ਕਰਮ ਬੀਜੇ ਨੇ, ਚੰਗੇ ਕਰਮ ਹੀ ਮਿਲਣੇ ਨੇ। ਸਾਧ ਸੰਗਤ, ਮੈਂ ਬਿਨੈ ਕਰਾਂ ਕਿਉਂਕਿ ਸਮਾਂ ਬਦਲਦਾ ਜਾ ਰਿਹਾ ਹੈ। ਕਿਤੇ ਅਸੀਂ ਗੁਰੂ ਦੀ ਸੋਚ ਨੂੰ ਆਪਣੇ ਜੀਵਨ ਵਿੱਚ ਉਤਾਰ ਪਾਈਏ। ਆਪਣੇ ਬੱਚਿਆਂ ਨੂੰ ਅਸੀਂ ਬਹੁਤ ਕੁਝ ਸਿਖਾਉਂਦੇ ਹਾਂ। ਮੈਂ ਬਿਨੈ ਕਰਾਂ, ਆਪਣੇ ਬੱਚਿਆਂ ਨੂੰ ਅਸੀਂ ਬਿਜ਼ਨਸ ਦੀਆਂ ਚਾਲਾਕੀਆਂ ਸਿਖਾਉਂਦੇ ਹਾਂ, ਚਤੁਰ ਬਣਾਉਂਦੇ ਹਾਂ। ਸਾਧ ਸੰਗਤ, ਉਹੀ ਚਾਲਾਕੀਆਂ ਜਦੋਂ ਸਾਡੇ ਬੱਚੇ ਸਾਡੇ ਉੱਤੇ ਵਰਤਦੇ ਨੇ ਤਾਂ ਮਨੁੱਖ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਮੈਂ ਇਹ ਕੀ ਸਿਖਾ ਦਿੱਤਾ ਹੈ। ਮੈਂ ਇਸ ਨੂੰ ਬਿਜ਼ਨਸ ਦੀਆਂ ਚਾਲਾਕੀਆਂ ਸਿਖਾਈਆਂ ਨੇ, ਦੁਨਿਆਵੀ ਚਾਲਾਕੀਆਂ ਸਿਖਾਈਆਂ ਨੇ, ਧਰਮ ਤੇ ਮੈਂ ਇਸ ਨੂੰ ਸਿਖਾਇਆ ਹੀ ਨਹੀਂ। ਧਰਮ ਤੋਂ ਤਾਂ ਮਨੁੱਖ ਪਰੇ ਹੋ ਗਿਆ। ਕਿਤੇ ਸਿਖਾਇਆ ਹੁੰਦਾ ਕਿ ਮੈਂ ਵੀ ਅੰਮ੍ਰਿਤ ਵੇਲੇ ਗੁਟਕਾ ਲੈ ਕੇ ਜਪਜੀ ਸਾਹਿਬ ਜੀ ਦਾ ਪਾਠ ਕਰ ਰਿਹਾ, ਕਿਤੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਹੁੰਦਾ, ਨਿਤਨੇਮ ਕੀਤਾ ਹੁੰਦਾ, ਸਤਸੰਗਤ ਵਿੱਚ ਮਨੁੱਖ ਜੁੜਦਾ, ਉਸਦੇ ਬੱਚੇ ਵੇਖਦੇ, ਉਹ ਵੀ ਨਾਲ ਜੁੜਦੇ। ਵਡਭਾਗੀ ਨੇ ਸਾਧ ਸੰਗਤ ਉਹ ਜਿਹੜੇ ਸਤਸੰਗਤ ਵਿੱਚ ਜੁੜੇ ਨੇ। ਵਡਭਾਗੀ ਨੇ ਜਿਹੜੇ ਗੁਰੂ ਦੀ ਬਾਣੀ ਨਾਲ ਜੁੜੇ ਨੇ। ਪਰ ਮੈਂ ਜਿਵੇਂ ਕਿ ਬਿਨੈ ਕਰ ਰਿਹਾ ਸੀ, ਸ਼ਾਇਦ ਜਿਵੇਂ ਕਿ ਮੈਂ ਬਿਨੈ ਕਰ ਰਿਹਾ ਸੀ, ਕੋਈ ਵੀ ਗਲਤ ਕਰਮ ਜਿਹੜਾ ਮਨੁੱਖ ਨੇ ਬੀਜ ਦਿੱਤਾ ਹੋਵੇ, ਉਸ ਦਾ ਫਲ ਤਾਂ ਗਲਤ ਹੀ ਮਿਲਦਾ ਹੈ। ਵਿਦੇਸ਼ ਵਿੱਚ ਇੱਕ ਰਹਿਣ ਵਾਲੇ ਗੁਰਮੁਖ ਪਿਆਰੇ, ਜਦੋਂ ਕਿ ਮੈਨੂੰ ਪਤਾ ਲੱਗਿਆ ਉਹਨਾਂ ਦਾ ਦੇਹਾਂਤ ਹੋ ਗਿਆ ਹੈ, ਪਹਿਲੇ ਖਬਰ ਆਈ ਕਿਸੇ ਨੇ ਉਹਨਾਂ ਨੂੰ ਕਿਡਨੈਪ ਕਰ ਲਿਆ। ਬਹੁਤ ਤਨਾਟ, ਬਹੁਤ ਅਮੀਰ, ਬਹੁਤ ਰਹੀਸ, ਤੇ ਖਬਰ ਕੀ ਮਿਲੀ, ਕਿਸੇ ਨੇ ਉਹਨਾਂ ਨੂੰ ਕਿਡਨੈਪ ਕਰ ਲਿਆ। ਕਿਡਨੈਪਰ ਨੂੰ ਆਖਣ ਲੱਗੇ, ਕਹਿੰਦੇ ਵੀ ਪੈਸੇ ਲਈ ਸਭ ਕੁਝ ਕਰ ਰਹੇ ਹੈ ਨਾ, ਪੈਸਾ ਹੀ ਚਾਹੀਦਾ ਹੈ ਨਾ, ਕਿਤਨਾ ਪੈਸਾ ਤੈਨੂੰ ਚਾਹੀਦਾ ਹੈ? ਮੈਨੂੰ ਅਗਵਾ ਕਰਨ ਦਾ ਤੈਨੂੰ ਕਿਤਨਾ ਪੈਸਾ ਮਿਲੇਗਾ? ਮੈਂ ਤੈਨੂੰ ਦੁੱਗਣਾ ਪੈਸਾ ਦੇਵਾਂਗਾ, ਤੂੰ ਹੁਣੇ ਮੈਨੂੰ ਛੱਡ ਦੇ। ਧਿਆਨ ਨਾਲ ਸੁਣਨਾ ਸਾਧ ਸੰਗਤ। ਕਿਡਨੈਪਰ ਨੇ ਛੋੜ ਦਿੱਤਾ, ਪੈਸਾ ਲੈ ਲਿਆ, ਛੋੜ ਦਿੱਤਾ। ਤੇ ਬਜ਼ੁਰਗ ਨੇ ਪੁੱਛਿਆ, ਕਹਿਣ ਲੱਗਾ ਬਈ ਹੁਣ ਇਹ ਵੀ ਦੱਸ ਦੇ ਕਿ ਕਿਸ ਨੇ ਤੈਨੂੰ ਪੈਸੇ ਦਿੱਤੇ ਸਨ? ਕਿਡਨੈਪਰ ਕਹਿਣ ਲੱਗਾ, ਤੇਰੇ ਪੁੱਤਰ ਨੇ ਪੈਸੇ ਦਿੱਤੇ ਸਨ। ਸਾਧ ਸੰਗਤ, ਮਨ ਦਹਿਲ ਜਾਂਦਾ ਹੈ ਇਹੋ ਜਿਹੀਆਂ ਗੱਲਾਂ ਸੁਣ ਕੇ। ਬੱਚਿਆਂ ਲਈ, ਪੁੱਤਰਾਂ ਲਈ ਮਨੁੱਖ ਆਪਣਾ ਜੀਵਨ ਗਾਲ ਦਿੰਦਾ ਹੈ। ਤਤੀਆਂ ਦੁਪਹਿਰਾਂ ਵਿੱਚ ਜਾ ਕੇ ਕੰਮ ਕਰਨਾ, ਆਪਣੀ ਨੀਂਦਰਾਂ ਹਰਾਮ ਕਰਕੇ, ਆਪਣਾ ਪੇਟ ਭੁੱਖਾ ਰੱਖ ਕੇ ਆਪਣੇ ਬੱਚਿਆਂ ਨੂੰ ਖੁਆਉਂਦਾ ਹੈ। ਅਤੇ ਜਦੋਂ ਇਹੋ ਜਿਹੀ ਗੱਲ ਸੁਣਨ ਨੂੰ ਮਿਲਦੀ ਹੈ ਤੇ ਗੁਰੂ ਪਾਤਸ਼ਾਹ ਦੇ ਵਿਚਾਰ ਪ੍ਰਕਾਸ਼ਮਾਨ ਹੁੰਦੇ ਨੇ, ਤਾਂ ਗੁਰੂ ਦੀਆਂ ਗੱਲਾਂ ਸਮਝ ਆਉਂਦੀਆਂ ਨੇ। ਕਹਿੰਦੇ ਤੇਰੇ ਪੁੱਤਰ ਨੇ ਦਿੱਤਾ ਹੈ। ਕਹਿੰਦੇ ਬਜ਼ੁਰਗ ਘਰ ਆ ਗਿਆ, ਅਗਵਾ ਕੀਤਾ ਤਾਂ ਕੁਛ ਨਹੀਂ ਹੋਇਆ, ਪਰ ਜਦੋਂ ਪਤਾ ਲੱਗਿਆ ਪੁੱਤਰ ਨੇ ਅਗਵਾ ਕਰਾਇਆ, ਦਿਲ 'ਤੇ ਐਸੀ ਚੋਟ ਵੱਜੀ, 2 ਦਿਨ ਬਾਅਦ ਬਜ਼ੁਰਗ ਚਲਾਣਾ ਕਰ ਗਿਆ, ਡੈਥ ਹੋ ਗਈ ਬਜ਼ੁਰਗ ਦੀ। ਨਹੀਂ ਸਹਿ ਸਕਿਆ ਕਿ ਪੁੱਤਰ ਨੇ ਇਹ ਸਭ ਕੀਤਾ। ਮੈਂ ਫਿਰ ਬਿਨੈ ਕਰਾਂ, ਕੋਈ ਐਸਾ ਕਰਮ ਮਨੁੱਖ ਕਿਤੇ ਬੀਜ ਦਿੰਦਾ ਹੈ ਜਿਹਦਾ ਕਿ ਫਲ ਐਸਾ ਹੋ ਕੇ ਮਨੁੱਖ ਦੇ ਸਾਹਮਣੇ ਆਉਂਦਾ ਹੈ। ਬੀਜੇ ਬਿਖ ਤੇ ਮੰਗੇ ਅੰਮ੍ਰਿਤ ਨਹੀਂ ਹੋ ਸਕਦਾ।
ਸਦਾ ਅਰਦਾਸ ਕਰੋ, ਹੇ ਪਰਮਾਤਮਾ, ਇਹ ਜੀਵਨ ਜੀਂਦਿਆਂ ਹੋਇਆਂ ਕਿਤੇ ਵੀ ਕੋਈ ਐਸਾ ਗਲਤ ਕਰਮ ਅਸੀਂ ਨਾ ਬੀਜ ਦਈਏ, ਧਨ ਦੇ ਪਿੱਛੇ ਲੱਗ ਕੇ ਜਾਂ ਹੋਰ ਕਿਸੇ ਚੀਜ਼ ਦੇ ਪਿੱਛੇ ਲੱਗ ਕੇ। ਫਿਰ ਮੈਂ ਇਹ ਵੀ ਬਿਨੈ ਕਰਾਂ, ਸਤਸੰਗਤ ਦੀ ਘੜੀ ਜਿਨ੍ਹਾਂ ਦੀ ਝੋਲੀ ਵਿੱਚ ਪਈ ਹੈ, ਜਿਹੜੇ ਆਪ ਅਸਲੀਅਤ ਵਿੱਚ ਜੁੜੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ, ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਨਾਲ ਅਸਲੀਅਤ ਵਿੱਚ ਜੁੜੇ ਨੇ, ਉਹਨਾਂ ਦੇ ਬੱਚੇ ਕੈਸੀ ਗੱਲ ਕਰਦੇ ਨੇ। ਸਾਧ ਸੰਗਤ, 3 ਭਰਾ, ਤਿੰਨੋਂ ਇਕੱਠੇ ਰਹਿੰਦੇ ਸਨ, ਬੜੇ ਪ੍ਰੇਮ ਨਾਲ ਰਹਿੰਦੇ ਸਨ। ਅਤੇ ਵੱਡੇ ਵਾਲਾ ਭਰਾ ਮੈਨੂੰ ਗੱਲ ਸੁਣਾ ਰਿਹਾ ਸੀ, ਕਹਿੰਦਾ ਭਾਈ ਸਾਹਿਬ, ਪਹਿਲੇ ਤਿੰਨੋਂ ਇਕੱਠੇ ਰਹਿੰਦੇ ਸਾਂ, ਬਿਜ਼ਨਸ ਵੱਧ ਗਿਆ, ਕੰਮ ਕਾਰ ਵੱਧ ਗਏ, ਪਹਿਲੇ ਛੋਟੇ ਨੂੰ ਅਲੱਗ ਕੀਤਾ, ਫਿਰ ਦੂਸਰੇ ਨੂੰ ਅਲੱਗ ਕੀਤਾ। ਤਿੰਨੋਂ ਭਰਾ ਅਸੀਂ ਅਲੱਗ ਅਲੱਗ ਰਹਿੰਦੇ ਹਾਂ, ਪਰ ਬੜੇ ਖੁਸ਼ ਹਾਂ, ਬੜੇ ਪ੍ਰਸੰਨ ਹਾਂ, ਆਪਸ ਵਿੱਚ ਬਹੁਤ ਪ੍ਰੇਮ ਬਣਿਆ ਹੋਇਆ। ਫੈਮਿਲੀ ਬਿਜ਼ਨਸ ਸਾਡਾ ਇੱਕੋ ਹੀ ਹੈ, ਪਰ ਤਿੰਨੋਂ ਅਸੀਂ ਅਲੱਗ ਅਲੱਗ ਰਹਿੰਦੇ ਹਾਂ। ਸਾਧ ਸੰਗਤ, ਧਿਆਨ ਨਾਲ ਗੱਲ ਸਰਵਣ ਕਰਿਆ ਜੇ। ਅਸੀਂ ਬੜੇ ਖੁਸ਼ ਹਾਂ, ਬੜੇ ਪ੍ਰਸੰਨ ਹਾਂ। ਵੱਡੇ ਵਾਲਾ ਭਰਾ ਗੱਲ ਸੁਣਾ ਰਿਹਾ ਸੀ, ਮੈਂ ਸੁਭਾਵਕ ਪੁੱਛ ਲਿਆ, ਮੈਂ ਕਿਹਾ ਵੀਰ ਜੀ, ਫਿਰ ਮਾਤਾ ਜੀ ਪਿਤਾ ਜੀ ਤੇ ਤੁਹਾਡੇ ਕੋਲ ਹੀ ਰਹਿੰਦੇ ਹੋਣੇ ਨੇ? ਕਹਿੰਦਾ ਨਹੀਂ ਭਾਈ ਸਾਹਿਬ, ਮਾਤਾ ਜੀ ਪਿਤਾ ਜੀ ਮੇਰੇ ਕੋਲ ਨਹੀਂ ਰਹਿੰਦੇ, ਮੈਂ ਮਾਤਾ ਜੀ ਪਿਤਾ ਜੀ ਦੇ ਕੋਲ ਰਹਿੰਦਾ। ਸਾਧ ਸੰਗਤ, ਇਹ ਗੁਰੂ ਦੀ ਉਹ ਬਰਕਤਾਂ ਨੇ, ਉਹ ਰਹਿਮਤਾਂ ਨੇ ਕਿ ਬਾਣੀ ਕਿੱਥੇ ਕਿੱਥੇ ਆ ਕੇ ਮਨੁੱਖ ਦੇ ਜੀਵਨ ਵਿੱਚ ਖਲੋ ਜਾਂਦੀ ਹੈ, ਪ੍ਰਕਾਸ਼ਮਾਨ ਹੋ ਜਾਂਦੀ ਹੈ, ਅਤੇ ਆਪ ਦੱਸਦੀ ਹੈ ਕਿ ਇਹ ਉਹ ਮਾਪਿਓ ਨੇ ਜਿਨ੍ਹਾਂ ਦੇ ਸਦਕੇ ਇਹ ਜੀਵਨ ਤੈਨੂੰ ਮਿਲਿਆ। ਸਦਾ ਇਹਨਾਂ ਦੇ ਚਰਨ ਪਰਸ। ਮਨੁੱਖ ਜਾਂਦਾ ਹੈ, ਗੁਰਦੁਆਰੇ ਜਾ ਕੇ ਬਹੁਤ ਸੇਵਾ ਕਰ ਰਿਹਾ, ਚੌਰ ਵੀ ਕਰ ਰਿਹਾ, ਘਰ ਬੁੱਢੀ ਮਾਤਾ ਮੰਜੀ 'ਤੇ ਪਈ ਹੈ, ਉਸ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ, ਗੁਰਦੁਆਰੇ ਆ ਕੇ ਚੌਰ ਕਰ ਰਿਹਾ, ਸੇਵਾ ਕਰ ਰਿਹਾ। ਐਸੀ ਸੇਵਾ ਦਾ ਕੀ ਲਾਭ? ਸਾਧ ਸੰਗਤ, ਮੈਂ ਬਿਨੈ ਕਰਾਂ, ਗੰਗਾ ਤੇ ਘਰ ਦੇ ਵਿੱਚ ਵਹਿ ਰਹੀ ਹੈ, ਮਨੁੱਖ ਨੂੰ ਪਤਾ ਹੀ ਨਹੀਂ ਹੈ। ਸੇਵਾ ਕਰੋ, ਗੁਰੂ ਤੋਂ ਸਿੱਖਿਆ ਲਓ, ਅਤੇ ਗੁਰੂ ਕੀ ਸਿੱਖਿਆ ਦਿੰਦਾ? ਮਾਤਾ ਪਿਤਾ, ਇਹਨਾਂ ਕਰਕੇ ਤੈਨੂੰ ਜੀਵਨ ਪ੍ਰਾਪਤ ਹੋਇਆ। ਇਹ ਗੁਰੂ ਦੇ ਗਿਆਨ ਨੂੰ ਸਮਝੀਏ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਸਾਧ ਸੰਗਤ, ਮਹਿਤਾ ਕਾਲੂ ਜੀ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਿਤਾ, ਨਹੀਂ ਮੰਨਿਆ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪਤਾ ਨਹੀਂ ਲੱਗਿਆ ਕੌਣ ਨੇ। ਆਪ ਅਕਾਲ ਪੁਰਖ ਪਰਮਾਤਮਾ ਦੇਹ ਧਾਰ ਕੇ ਸੰਸਾਰ 'ਤੇ ਆਇਆ, ਨਹੀਂ ਪਤਾ ਲੱਗਿਆ। ਪਰ ਜਦੋਂ ਮਹਿਤਾ ਕਾਲੂ ਜੀ ਨੂੰ ਸਮਝ ਆਈ, ਮਹਿਤਾ ਕਾਲੂ ਜੀ ਨੂੰ ਪਤਾ ਲੱਗਿਆ, ਅਤੇ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨ ਛੂਹਣ ਲੱਗੇ, ਮੱਥਾ ਟੇਕਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਹਾਂ ਤੋਂ ਫੜ ਲਿਆ, ਕਹਿੰਦੇ ਨਹੀਂ, ਮੈਂ ਪੁੱਤਰ ਬਣ ਕੇ ਜਨਮ ਲਿੱਤਾ ਹੈ, ਤੁਹਾਡੇ ਘਰ ਪੁੱਤਰ ਬਣ ਕੇ ਆਇਆ, ਤੁਹਾਡਾ ਮੈਂ ਪੁੱਤਰ ਹੀ ਹਾਂ। ਇਹ ਦੀਨ ਦੁਨੀਆ ਦਾ ਮਾਲਕ ਹਰ ਪੈਰ ਸਾਨੂੰ ਸਿਖਾਇਆ ਹੈ। ਕਿਤੇ ਗੁਰੂ ਦੇ ਵਿਚਾਰਾਂ ਤੋਂ ਅਸੀਂ ਸਿੱਖ ਲਈਏ, ਆਪਣੇ ਮਾਤਾ ਪਿਤਾ ਦਾ ਰੋਜ਼ ਸਤਿਕਾਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਨਮ ਜਨਮ ਕੇ ਦੁੱਖ ਨਿਵਾਰੇ, ਸੁਖ ਕਾ ਮਨ ਸਾਧਾਰੇ। ਜਨਮਾਂ ਜਨਮਾਂਤਰਾਂ ਦੇ ਦੁੱਖਾਂ ਦਾ ਨਿਵਾਰਨ ਸਤਿਗੁਰ ਪਾਤਸ਼ਾਹ ਕਰਦੇ ਨੇ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਅਗਿਆਨਤਾ ਦੀ ਧੁੰਦ ਮਨਮੁਖਾਂ ਦੇ ਮਨਾਂ ਉੱਤੋਂ ਹਟਾਈ ਅਤੇ ਗਿਆਨ ਦਾ ਚਾਨਣ ਕੀਤਾ। ਇੱਕ ਜਨਮ ਨਹੀਂ,
ਜਨਮਾਂ ਜਨਮਾਂਤਰਾਂ ਦੇ ਦੁੱਖਾਂ ਦਾ ਨਿਵਾਰਨ ਸਤਿਗੁਰ ਪਾਤਸ਼ਾਹ ਕਰ ਦਿੰਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਿਸ ਨੇ ਵੀ ਸੁਣਿਆ, ਦਰਸ਼ਨ ਕੀਤਾ, ਉਹ ਫਿਰ ਜੂਨੀਆਂ ਤੋਂ ਮੁਕਤ ਹੋ ਗਿਆ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਕਿਉਂਕਿ ਜਿਸ ਦਾ ਇਹ ਦੁੱਖ ਕੱਟਿਆ ਗਿਆ ਹੈ, ਉਸ ਦੇ ਫਿਰ ਸਾਰੇ ਦੁੱਖ ਕੱਟੇ ਗਏ ਨੇ। ਵੈਸੇ ਤਾਂ ਸਾਰੇ ਹੀ ਦੁਖੀ ਨੇ, ਪਰ ਸਭ ਤੋਂ ਵੱਡਾ ਦੁੱਖ ਕਿਹੜਾ ਹੈ? ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਕਿਹੜਾ ਅਗਨ ਦੇਹ ਅਰ ਗਰ ਬਸੇਰਾ। ਮਾਤਾ ਦੇ ਗਰਭ ਵਿੱਚ 9 ਮਹੀਨੇ ਪੁੱਠੇ ਲਟਕੇ ਰਹਿਣਾ, 84 ਲੱਖ ਜੂਨੀਆਂ ਭਟਕਦੇ ਹੋਏ ਮਨੁੱਖਾ ਜੀਵਨ ਮਿਲਦਾ ਹੈ। ਇਹ ਦੁੱਖ ਸਭ ਤੋਂ ਵੱਡਾ ਦੁੱਖ ਹੈ। ਅਤੇ ਜਨਮ ਜਨਮਾਂਤਰਾਂ ਦੇ ਇਹਨਾਂ ਬੰਧਨਾਂ ਤੋਂ ਮੁਕਤੀ ਮਿਲ ਜਾਵੇ, ਮੁਕਤੀ ਦੇਣ ਲਈ ਸਤਿਗੁਰ ਪਾਤਸ਼ਾਹ ਆਉਂਦੇ ਨੇ, ਗੁਰੂ ਆਉਂਦੇ ਨੇ। ਉਹ ਪੂਰਨ ਗੁਰੂ ਜੋ ਸੱਚ ਦਾ ਮਾਰਗ ਦੱਸਦੇ ਨੇ। ਉਹ ਰਸਤਾ ਕਿਹੜਾ ਰਸਤਾ? ਜੋ ਮਨੁੱਖ ਭੁੱਲ ਚੁੱਕਿਆ। ਭੂਲੇ ਮਾਰਗ ਜਿਨ੍ਹੈਂ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਉਹ ਸਮਰੱਥ ਗੁਰੂ ਜੋ ਸਾਡੇ ਜੀਵਨ ਵਿੱਚ ਠੰਡ ਵਰਤਾਉਂਦੇ ਨੇ। ਉਹ ਸਮਰੱਥ ਗੁਰੂ ਜੋ ਸੜਦੇ ਬਲਦੇ ਸੰਸਾਰ ਤੋਂ ਫੜ ਕੇ, ਬਾਂਹ ਕੱਢ ਕੇ ਮਨੁੱਖ ਨੂੰ ਬਾਹਰ ਕੱਢ ਦਿੰਦੇ ਨੇ। ਅਗਨ ਸਾਗਰ ਬੂੰਡਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਆਓ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੇਨਤੀ ਕਰਨੀ ਹੈ ਕਿ ਸਤਿਗੁਰ ਪਾਤਸ਼ਾਹ ਆਪ ਜੀ ਸਾਡੀ ਬਾਂਹ ਫੜ ਲਓ, ਕਿਉਂਕਿ ਸਾਡੇ ਹੱਥ ਕਮਜ਼ੋਰ ਨੇ। ਜੇ ਅਸੀਂ ਬਾਂਹ ਫੜਾਂਗੇ, ਹੋ ਸਕਦਾ ਹੈ ਬਾਂਹ ਛੁੱਟ ਜਾਵੇ। ਪਰ ਬੇਨਤੀ ਕਰੀਏ, ਅਰਦਾਸ ਕਰੀਏ ਕਿ ਪਾਤਸ਼ਾਹ ਆਪ ਜੀ ਆਪ ਸਾਡੀ ਬਾਂਹ ਫੜ ਲਓ। ਅਤੇ ਜਿਸ ਦਿਨ ਬਾਂਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਫੜ ਲਈ ਸਾਧ ਸੰਗਤ, ਫਿਰ ਬਾਂਹ ਕੋਈ ਨਹੀਂ ਛਡਾ ਸਕਦਾ। ਅਗਨ ਸਾਗਰ ਬੂੰਡਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਸਤਿਗੁਰ ਪਾਤਸ਼ਾਹ ਫਿਰ ਸੰਸਾਰ ਸਾਗਰ ਤੋਂ ਪਾਰ ਕਰ ਦਿੰਦੇ ਹਨ। ਇਸ ਲਈ ਜੇ ਇੱਕ ਨਦਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੋ ਗਈ, ਤਾਂ ਮਨੁੱਖ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਦੀ ਰਹਿਮਤ ਹੋ ਗਈ, ਮਨੁੱਖ ਤਰ ਜਾਂਦਾ ਹੈ। ਕਹਿੰਦੇ ਨੇ ਆਕਾਸ਼ ਦੇ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ, ਪਰ ਜਿਤਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਤਾਰੇ ਨੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸਾਧ ਸੰਗਤ, ਮਨੁੱਖ ਤੇ ਮਨੁੱਖ ਗੁਰੂ ਨਾਨਕ ਪਾਤਸ਼ਾਹ ਜੀ ਦੀ ਛੋਹ ਪ੍ਰਾਪਤ ਕਰਕੇ ਪੱਥਰ ਵੀ ਤਰ ਜਾਂਦੇ ਨੇ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਭਾਈ ਸਾਹਿਬ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਹਨ, ਐਸੇ ਪਾਵਨ ਪਵਿੱਤਰ ਗੁਰੂ ਦੇ ਚਰਨ ਫਿਰ ਜਿੱਥੇ ਕਿਥੇ ਪਏ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਉਹ ਸਥਾਨ ਪੂਜਨੀਕ ਹੋ ਜਾਂਦੇ ਹਨ। ਅੱਜ ਫਿਰ ਕਿਸੇ ਪਾਕ ਹਿਰਦੇ ਦੀ ਪੁਕਾਰ ਸੁਣ ਕੇ ਧੰਨ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਸਾਰ ਨੂੰ ਤਾਰਦੇ ਹੋਇਆਂ ਹੁਣ ਐਸੇ ਥਾਂ ਪੁੱਜੇ ਜਿੱਥੇ ਇੱਕ ਰਾਖਸ਼ਸ ਰਹਿੰਦਾ ਸੀ। ਬੜਾ ਹੀ ਜ਼ਾਲਮ ਰਾਖਸ਼ਸ। ਇਸਨੇ ਪਿੰਡ ਦੇ ਲੋਕਾਂ ਨੂੰ ਬਹੁਤ ਦੁਖੀ ਕੀਤਾ ਹੋਇਆ ਸੀ। ਆਪਣੀ ਦੂਸਰੀ ਉਦਾਸੀ ਦੌਰਾਨ ਸੁਮੇਰ ਪਰਬਤ ਉੱਤੇ ਸਿੱਧ ਗੋਸ਼ਟ ਕਰਨ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇਪਾਲ ਤੋਂ ਸਿੱਕਿਮ ਅਤੇ ਸਿੱਕਿਮ ਤੋਂ ਲੇਹ ਲੱਦਾਖ ਹੁੰਦੇ ਹੋਏ ਇਸ ਸਥਾਨ ਨੂੰ ਆ ਕੇ ਪਵਿੱਤਰ ਕੀਤਾ। ਇੱਥੇ ਹੀ ਸਾਹਮਣੇ ਵਾਲੀ ਪਹਾੜੀ ਉੱਤੇ ਇੱਕ ਘੋਰ ਪਾਪੀ ਰਾਖਸ਼ਸ ਰਹਿੰਦਾ ਸੀ, ਜਿਸ ਨੇ ਬੜੇ ਲੋਕਾਂ ਨੂੰ ਦੁਖੀ ਕੀਤਾ ਸੀ।
ਜਿਸ ਨੇ ਲੋਕਾਂ ਨੂੰ ਬਹੁਤ ਹੀ ਦੁਖੀ ਕੀਤਾ ਹੋਇਆ ਸੀ ਅਤੇ ਪਤਾ ਨਹੀਂ ਕਿਤਨਿਆਂ ਦੀ ਜਾਨ ਵੀ ਲੈ ਚੁੱਕਿਆ ਸੀ। ਇਸ ਲਈ ਲੋਕ ਇੱਥੋਂ ਲੰਘਦੇ ਵੀ ਡਰਦੇ ਸਨ, ਬਈ ਪਤਾ ਨਹੀਂ ਕਿਸ ਦੀ ਮੌਤ ਆ ਜਾਣੀ ਹੈ। ਪਰ ਘੱਟ ਘੱਟ ਦੇ ਜਾਣਨ ਹਾਰੇ ਦੀਨ ਦੁਨੀਆ ਦੇ ਪਾਤਸ਼ਾਹ ਅੱਜ ਇਸ ਦਾ ਉਧਾਰ ਕਰਨ ਲਈ ਆਪ ਆਏ ਹਨ। ਤਾਂ ਜਿਸ ਪਹਾੜੀ 'ਤੇ ਇਹ ਰਾਖਸ਼ਸ ਰਹਿੰਦਾ ਸੀ, ਉੱਥੇ ਹੀ ਥੱਲੇ ਇੱਕ ਨਦੀ ਵਹਿ ਰਹੀ ਸੀ। ਪਾਤਸ਼ਾਹ ਨੇ ਨਦੀ ਦੇ ਕਿਨਾਰੇ ਆਪਣਾ ਆਸਨ ਢਾ ਲਿਆ ਅਤੇ ਆਸਨ ਢਾ ਕੇ ਬੈਠ ਗਏ। ਇਲਾਕੇ ਦੇ ਲੋਕ ਰੱਬੀ ਨੂਰ ਦਾ ਦਰਸ਼ਨ ਕਰਕੇ ਆਤਮਿਕ ਸੁੱਖ ਮਾਣ ਰਹੇ ਸਨ ਅਤੇ ਜਿੱਥੇ ਲੋਕ ਇੱਥੋਂ ਨਿਕਲਦੇ ਵੀ ਡਰਦੇ ਸਨ, ਉੱਥੇ ਉਸ ਰੱਬੀ ਨੂਰ ਦੇ ਦਰਸ਼ਨ ਕਰਕੇ ਨਿਡਰ ਹੋ ਗਏ। ਪਾਤਸ਼ਾਹ ਦੇ ਦਰਸ਼ਨ ਕਰਦਿਆਂ ਮੌਤ ਦਾ ਭੈ ਦੂਰ ਹੋ ਗਿਆ ਅਤੇ ਆਤਮਿਕ ਆਨੰਦ ਵਿੱਚ ਜੁੜ ਗਏ। ਸਾਧ ਸੰਗਤ, ਮੈਂ ਬਿਨੈ ਕਰਾਂ, ਗੁਰੂ ਦੇ ਦਰਸ਼ਨਾਂ ਦੀ ਇਹ ਬਰਕਤਾਂ ਨੇ, ਗੁਰੂ ਦੇ ਦਰਸ਼ਨਾਂ ਦੀ ਇਹ ਬਰਕਤਾਂ ਨੇ ਕਿ ਮੌਤ ਦਾ ਭੈ ਦੂਰ ਹੋ ਜਾਂਦਾ ਹੈ। ਇਹ ਵੇਖ ਕੇ ਰਾਖਸ਼ਸ ਬੜਾ ਗੁੱਸੇ ਵਿੱਚ ਆ ਗਿਆ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਉਣ ਨਾਲ ਹੁਣ ਇਸ ਦੀ ਕੋਈ ਪੇਸ਼ ਨਹੀਂ ਸੀ ਚੱਲਦੀ। ਫਿਰ ਮਨ ਹੀ ਮਨ ਵਿਉਂਤ ਬਣਾਉਣ ਲੱਗਾ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਾਰਨ ਦੀ ਸੋਚ ਰਿਹਾ। ਮੌਤ ਜਿਨ੍ਹਾਂ ਅੱਗੇ ਹੱਥ ਬੰਨ੍ਹ ਕੇ ਖੜੀ ਹੈ, ਜਿਸ ਦੇ ਇੱਕ ਇਸ਼ਾਰੇ ਨਾਲ ਹਵਾ ਆਪਣਾ ਰੁਖ ਬਦਲ ਦੇਵੇ, ਲੋਕਾਂ ਨੂੰ ਜੀਵਨ ਦਾਨ ਦੇਣ ਵਾਲੇ ਨਾਨਕ ਬਾਰੇ ਇਹ ਸੋਚ ਰਿਹਾ ਕਿ ਕਿਸ ਤਰ੍ਹਾਂ ਮਾਰਾਂ। ਪਰ ਪਾਪੀ ਨੂੰ, ਰਾਖਸ਼ਸ ਨੂੰ ਅਖੀਰਲਾ ਪਾਪ ਕਰਨ ਦਾ ਮੌਕਾ ਮਿਲ ਹੀ ਗਿਆ। ਅੰਮ੍ਰਿਤ ਵੇਲੇ ਦਾ ਸਮਾਂ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਸਨ ਢਾ ਕੇ ਸਮਾਧੀ ਸਥਿਤ ਪ੍ਰਭੂ ਚਿੰਤਨ ਵਿੱਚ ਲੀਨ ਸਨ। ਗੁਰੂ ਨਾਨਕ ਪਾਤਸ਼ਾਹ ਪਰਮਾਤਮਾ ਦਾ ਰੂਪ, ਜਾਂ ਇਉਂ ਕਹੋ ਪਰਮਾਤਮਾ ਆਪਣੇ ਆਪ ਵਿੱਚ ਲੀਨ ਹੋ ਕੇ ਬੈਠਾ ਹੈ। ਇਸ ਪਾਪੀ ਨੇ ਉਚਿਤ ਮੌਕਾ ਸਮਝ ਕੇ ਇੱਕ ਵੱਡੇ ਆਕਾਰ ਵਾਲੇ ਪਹਾੜੀ ਪੱਥਰ ਨੂੰ ਧੱਕਾ ਦੇ ਦਿੱਤਾ। ਰਿੜਦਾ ਹੋਇਆ ਇਹ ਪੱਥਰ ਆ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪਿੱਠ ਵਿੱਚ ਖੁੱਭ ਗਿਆ। ਅਤੇ ਸਾਧ ਸੰਗਤ, ਜਾਂ ਇਸ ਪੱਥਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਛੋਹ ਪ੍ਰਾਪਤ ਹੋਈ, ਉਸ ਦੀ ਸਾਰੀ ਕਠੋਰਤਾ ਮੋਮ ਹੋ ਗਈ। ਉਚਾਰਨ ਕਰੋ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਜਾਂ ਪੱਥਰ ਆ ਕੇ ਖੁੱਭਿਆ, ਪੱਥਰ ਮੋਮ ਹੋ ਗਿਆ, ਮੈਲਟ ਹੋ ਗਿਆ, ਸਾਰੀ ਕਠੋਰਤਾ ਛੱਡ ਦਿੱਤੀ। ਸਾਧ ਸੰਗਤ, ਮੈਂ ਬਿਨੈ ਕਰਾਂ, ਸਮਰੱਥ ਗੁਰੂ ਦੇ ਹੁਕਮ ਵਿੱਚ ਕੁਦਰਤ ਵੀ ਆਪਣੇ ਨਿਯਮ ਬਦਲ ਦਿੰਦੀ ਹੈ। ਮੈਂ ਫਿਰ ਦੁਹਰਾ ਦੇਵਾਂ, ਪੂਰਨ ਗੁਰੂ, ਸਮਰੱਥ ਗੁਰੂ ਦੇ ਹੁਕਮ ਵਿੱਚ ਕੁਦਰਤ ਵੀ ਆਪਣੇ ਨਿਯਮ ਬਦਲ ਦਿੰਦੀ ਹੈ। ਨਹੀਂ ਤੇ ਸਾਇੰਸਦਾਨਾਂ ਕੋਲ ਕੋਈ ਐਸੀ ਮਿਸਾਲ ਨਹੀਂ ਹੈ ਕਿ ਕਿਸੇ ਪੱਥਰ ਨੂੰ ਕਿਸੇ ਦੇਹ ਨਾਲ ਛੋਹ ਪ੍ਰਾਪਤ ਹੋਈ ਹੋਇਆ, ਕਿਸੇ ਪੱਥਰ ਨੂੰ ਕਿਸੇ ਦੇਹੀ ਨਾਲ ਛੋਹ ਪ੍ਰਾਪਤ ਹੋਈ ਹੋਵੇ ਅਤੇ ਉਹ ਮੈਲਟ ਹੋ ਕੇ ਮੋਮ ਹੋ ਗਿਆ ਹੋਵੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਪੂਰਨ ਪਿੱਠ ਵਾਲਾ ਹਿੱਸਾ ਪੱਥਰ ਵਿੱਚ ਧੱਸ ਗਿਆ, ਪਰ ਗੁਰੂ ਨਾਨਕ ਪਾਤਸ਼ਾਹ ਜੀ ਅਡੋਲ ਸਿਮਰਨ ਵਿੱਚ ਲੀਨ ਬੈਠੇ ਰਹੇ, ਕਿਉਂਕਿ ਹਲੇ ਤਾਂ ਕੇਵਲ ਪੱਥਰ ਹੀ ਮੋਮ ਹੋਇਆ ਸੀ। ਉਹ ਰਾਖਸ਼ਸ ਜੋ ਪੱਥਰ ਦੀ ਤਰ੍ਹਾਂ ਕਠੋਰ ਹੋ ਚੁੱਕਿਆ ਸੀ, ਉਸ ਨੂੰ ਵੀ ਤਾਂ ਹਲੇ ਮੋਮ ਕਰਨਾ ਸੀ। ਹੁਣ ਸਤਿਗੁਰੂ ਪਾਤਸ਼ਾਹ ਜੀ ਨੂੰ ਮਰਿਆ ਜਾਣ ਕੇ ਰਾਖਸ਼ਸ ਮਨ ਹੀ ਮਨ ਖੁਸ਼ ਹੋਇਆ
ਤੇ ਪਹਾੜੀ ਤੋਂ ਥੱਲੇ ਉਤਰ ਕੇ ਆਇਆ ਵੇਖਣ ਵਾਸਤੇ ਕਿ ਦੇਖਾਂ ਜ਼ਿੰਦਾ ਨੇ ਕਿ ਮਰ ਗਏ ਨੇ। ਲੇਕਿਨ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਡੋਲਤਾ ਵੇਖ ਕੇ ਹੈਰਾਨ ਰਹਿ ਗਿਆ। ਪਰ ਈਰਖਾ ਹਲੇ ਨਹੀਂ ਸੀ ਗਈ। ਕ੍ਰੋਧ ਉਸੀ ਤਰ੍ਹਾਂ ਹਲੇ ਭਰਿਆ ਹੋਇਆ ਸੀ। ਤਾਂ ਕ੍ਰੋਧ ਵਿੱਚ ਆ ਕੇ ਆਪਣਾ ਸੱਜਾ ਪੈਰ ਪੱਥਰ ਵਿੱਚ ਦੇ ਮਾਰਿਆ। ਜਾਂ ਪੈਰ ਪੱਥਰ ਦੇ ਉੱਤੇ ਵੱਜਾ, ਪੈਰ ਅੰਦਰ ਹੀ ਧੱਸ ਗਿਆ ਤੇ ਹੁਣ ਐਸਾ ਧਸਿਆ ਕਿ ਪੈਰ ਬਾਹਰ ਨਾ ਆਵੇ। ਬੜੇ ਯਤਨ ਕੀਤੇ ਪੈਰ ਨੂੰ ਕੱਢਣ ਲਈ, ਤੇ ਜਦੋਂ ਪੈਰ ਬਾਹਰ ਨਾ ਨਿਕਲਿਆ, ਮਨ ਨੂੰ ਸੋਝੀ ਪੈ ਗਈ ਕਿ ਜਿਨ੍ਹਾਂ ਨੂੰ ਮੈਂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਉਹ ਕੋਈ ਆਮ ਨਹੀਂ ਨੇ, ਉਹ ਕੋਈ ਪਰਮਾਤਮਾ ਦੇ ਖਾਸ ਨੇ। ਤੇ ਸਾਧ ਸੰਗਤ, ਜਦੋਂ ਮਨ ਨੂੰ ਇਸ ਗੱਲ ਦੀ ਸਮਝ ਆਈ, ਜਿਤਨੇ ਵੀ ਗਲਤ ਕਰਮ ਕੀਤੇ ਸਨ ਉਹਨਾਂ ਦਾ ਨਕਸ਼ਾ ਅੱਖਾਂ ਦੇ ਸਾਹਮਣੇ ਬਣਨ ਲੱਗ ਪਿਆ। ਜੋ ਗਲਤ ਕੰਮ ਕੀਤੇ ਸਨ, ਤੇ ਫਿਰ ਲੱਗਾ ਰਾਖਸ਼ ਅਰਦਾਸਾਂ ਕਰਨ, ਹੇ ਪਰਮਾਤਮਾ, ਮੈਂ ਬਹੁਤ ਗਲਤ ਕੰਮ ਕੀਤੇ ਹਨ, ਮੈਨੂੰ ਬਖਸ਼ ਲੈ। ਹੇ ਸਤਿਗੁਰ ਪਾਤਸ਼ਾਹ, ਮੈਨੂੰ ਬਖਸ਼ ਦਿਓ। ਤੇ ਸਾਧ ਸੰਗਤ, ਜਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ, ਅਰਦਾਸ ਪ੍ਰਵਾਨ ਹੋ ਗਈ। ਜਾਂ ਬੇਨਤੀ ਕੀਤੀ, ਪੈਰ ਪੱਥਰ ਤੋਂ ਬਾਹਰ ਆ ਗਿਆ। ਤਾਂ ਸਨਮੁਖ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਡਿੱਗ ਪਿਆ ਤੇ ਆਖਣ ਲੱਗਾ, ਗਰੀਬ ਨਵਾਜ਼, ਮੈਨੂੰ ਬਖਸ਼ ਲਓ, ਮੇਰੇ ਤੇ ਦਇਆ ਕਰੋ। ਤਾਂ ਸਤਿਗੁਰ ਪਾਤਸ਼ਾਹ ਆਪਣੇ ਨੈਣ ਖੋਲੇ ਤੇ ਨਿਮਰਤਾ ਵਿੱਚ ਆ ਕੇ ਰਾਖਸ਼ ਨੂੰ ਬਖਸ਼ ਦਿੱਤਾ, ਉਧਾਰ ਕੀਤਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਸੇ ਨੂੰ ਵੀ ਮਾਰਿਆ ਨਹੀਂ, ਕਿਸੇ ਦਾ ਵੀ ਵਧ ਨਹੀਂ ਕੀਤਾ। ਮੰਦੇ ਕਰਮ ਸਾੜ ਦਿੱਤੇ ਤੇ ਸ਼ੁਭ ਕਰਮਾਂ ਦਾ ਪ੍ਰਕਾਸ਼ ਕਰ ਦਿੱਤਾ। ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਪਾਪੀ ਨੂੰ ਨਹੀਂ ਮਾਰਿਆ, ਪਾਪ ਨੂੰ ਮਾਰ ਦਿੱਤਾ ਤੇ ਸੱਚ ਦਾ ਮਾਰਗ ਦਰਸਾਇਆ। ਸਜ਼ਾ ਨਾ ਦੇ ਕੇ ਬਖਸ਼ ਦੇਣਾ ਹੋਰ ਵੀ ਔਖਾ ਹੈ। ਮਹਾਂਪੁਰਸ਼ ਦੁਨਿਆਵੀ ਲੋਕਾਂ ਬਾਰੇ ਕਿਆ ਕਰਦੇ ਹਨ? ਕਿਸੇ ਤੋਂ ਬਦਲਾ ਨਾ ਲੈ ਕੇ ਬਖਸ਼ ਦੇਣ ਨਾਲ ਆਪਣੇ 100 ਅਵਗੁਣ ਸੜ ਜਾਂਦੇ ਹਨ। ਤੇ ਸਾਧ ਸੰਗਤ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ ਦਿੱਤਾ, ਉਹ ਫਿਰ ਇੱਥੇ ਵੀ ਬਖਸ਼ਿਆ, ਉੱਥੇ ਵੀ ਬਖਸ਼ਿਆ। ਤਾਂ ਜਿੱਥੇ ਪਾਤਸ਼ਾਹ ਜੀ ਨੇ ਬਖਸ਼ਿਆ, ਉੱਥੇ ਇਹ ਉਪਦੇਸ਼ ਵੀ ਦਿੱਤਾ ਕਿ ਹੁਣ ਜਿੱਥੇ ਲੋਕਾਂ ਨੂੰ ਸਤਾਇਆ ਕਰਦਾ ਸੈਂ, ਲੋਕਾਂ ਨੂੰ ਤੰਗ ਕਰਿਆ ਕਰਦਾ ਸੈਂ, ਲੋਕਾਂ ਨੂੰ ਮਾਰਨ ਦਾ ਭੈੜਾ ਤੇ ਹਿੰਸਕ ਕੰਮ ਛੱਡ ਦੇ ਤੇ ਉਹਨਾਂ ਦੀ ਸੇਵਾ ਕਰਿਆ ਕਰ। ਮਨੁੱਖਤਾ ਲਈ ਪ੍ਰੇਮ ਹਿਰਦੇ ਵਿੱਚ ਜਾਗਰਿਤ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ, ਤੇ ਆਖਿਆ, ਬਾਕੀ ਦਾ ਜੀਵਨ ਪ੍ਰਭੂ ਦਾ ਨਾਮ ਸਿਮਰਨ ਜਪਦਿਆਂ ਹੋਇਆਂ ਤੇ ਆਏ ਗਏ ਦੀ ਸੇਵਾ ਵਿੱਚ ਗੁਜ਼ਾਰੀ, ਤੇਰਾ ਕਲਿਆਣ ਹੋਵੇਗਾ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਵਚਨ ਸੁਣਦਿਆਂ ਹੀ ਰਾਖਸ਼ ਦਾ ਕਠੋਰ ਸੁਭਾਅ ਵੀ ਮੋਮ ਹੋ ਗਿਆ, ਤੇ ਇਸ ਤਰ੍ਹਾਂ ਪਾਤਸ਼ਾਹ ਨੇ ਰਾਖਸ਼ ਦੇ ਹਿਰਦੇ ਵਿੱਚ ਸੱਚ ਦਾ ਚਾਨਣ ਕੀਤਾ। ਅੱਜ ਵੀ ਸੰਗਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਨੂੰ ਜਾਂਦੀਆਂ ਹਨ, ਪਰ ਬਹੁਤੀ ਉਚਾਈ ਤੇ ਬਰਫੀਲਾ ਇਲਾਕਾ ਹੋਣ ਕਰਕੇ ਘੱਟ ਵੱਧ ਹੀ ਸੰਗਤਾਂ ਇੱਥੇ ਜਾਣ ਦਾ ਉਦਮ ਕਰਦੀਆਂ ਨੇ। ਬੜੀ ਹਾਈਟ 'ਤੇ ਪੈਂਦਾ ਹੈ, ਬਹੁਤ ਉੱਚਾ ਹੈ। ਸਰਕਾਰ ਵੱਲੋਂ ਜਦੋਂ ਪੱਕੀ ਸੜਕ ਬਣਾਈ ਜਾਣ ਲੱਗੀ ਤਾਂ ਸੜਕ ਵਿੱਚ ਇਹ ਪੱਥਰ ਆ ਗਿਆ। ਇਸ ਪੱਥਰ ਨੂੰ ਹਟਾਉਣ ਦੇ ਬੜੇ ਯਤਨ ਕੀਤੇ ਗਏ, ਬਹੁਤ ਤਰੀਕੇ ਅਪਣਾਏ ਗਏ,
ਪਰ ਨਿਸ਼ਫਲ ਹੀ ਰਹੇ। ਤਾਂ ਸੜਕ ਬਣਾਉਣ ਵਾਲਿਆਂ ਨੇ ਆਪਣੇ ਤੋਂ ਵੱਡੇ ਅਫਸਰ ਨੂੰ ਖਬਰ ਕੀਤੀ ਕਿ ਰਾਹ ਵਿੱਚ ਇੱਕ ਪੱਥਰ ਆ ਗਿਆ ਜੋ ਕਿ ਹਟ ਨਹੀਂ ਪਾ ਰਿਹਾ। ਅਸੀਂ ਸਾਰੇ ਯਤਨ ਕਰਕੇ ਹਾਰ ਚੁੱਕੇ ਹਾਂ। ਤਾਂ ਅਫਸਰ ਕਹਿਣ ਲੱਗਾ, ਕੋਈ ਗੱਲ ਨਹੀਂ, ਮੈਂ ਆਪ ਆ ਕੇ ਦੇਖਦਾ ਹਾਂ। ਅਤੇ ਜਦੋਂ ਅਫਸਰ ਨੂੰ ਉੱਥੇ ਦੇ ਲੋਕਾਂ ਕੋਲੋਂ ਪੱਥਰ ਦੇ ਇਤਿਹਾਸ ਬਾਰੇ ਪਤਾ ਲੱਗਾ ਤੇ ਅਫਸਰ ਨੇ ਪੱਥਰ ਹਟਾਉਣ ਨੂੰ ਮਨ੍ਹਾ ਕਰ ਦਿੱਤਾ ਤੇ ਇਹ ਫੈਸਲਾ ਲਿੱਤਾ ਕਿ ਪੱਥਰ ਨਾ ਹਟਾ ਕੇ ਪਿੱਛੋਂ ਆਉਣ ਵਾਲੀ ਸਿੱਧੀ ਸੜਕ ਨੂੰ ਦੂਜੇ ਪਾਸੇ ਮੋੜ ਦਿੱਤਾ ਜਾਵੇ, ਜੋ ਕਿ ਅੱਗੇ ਜਾ ਕੇ ਫਿਰ ਸਿੱਧੀ ਹੋ ਜਾਂਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਨ੍ਹਾਂ ਨੇ ਵੀ ਉਸ ਪਵਿੱਤਰ ਪੱਥਰ ਦੇ ਦਰਸ਼ਨ ਕੀਤੇ ਹਨ, ਉਹ ਦੱਸਦੇ ਹਨ ਕਿ ਪੱਥਰ ਵਿੱਚ ਖੁੱਭਿਆ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਪੂਰਨ ਪਿੱਠ ਦਾ ਹਿੱਸਾ ਵੇਖ ਕੇ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਅੱਜ ਵੀ ਧੰਨ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ ਉੱਤੇ ਸਮਾਧੀ ਵਿੱਚ ਲੀਨ ਬੈਠੇ ਹਨ ਅਤੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਬੜੇ ਥੋੜ੍ਹੇ ਸਮੇਂ ਲਈ ਇੱਥੇ ਦੇ ਰਸਤੇ ਖੁੱਲ੍ਹਦੇ ਨੇ, ਕਿਉਂਕਿ ਬੜੀ ਹਾਈਟ 'ਤੇ ਇਹ ਸਥਾਨ ਪੈਂਦਾ ਹੈ। ਜਿਵੇਂ ਕਿ ਸ਼੍ਰੀ ਹੇਮਕੁੰਟ ਸਾਹਿਬ ਹੈ, ਉਵੇਂ ਲੇਹ ਲੱਦਾਖ ਦੀ ਧਰਤੀ ਉੱਤੇ ਇਹ ਪਵਿੱਤਰ ਗੁਰਦੁਆਰਾ ਹੈ। 1965 ਤੱਕ ਇੱਥੇ ਦੇ ਰਹਿਣ ਵਾਲੇ ਲਾਮੇ, ਜਿਨ੍ਹਾਂ ਨੂੰ ਬੋਧੀ ਵੀ ਆਖਦੇ ਹਨ, ਇਸ ਵਡਭਾਗੇ ਪੱਥਰ ਨੂੰ ਧੂਪ ਬੱਤੀ ਕਰਿਆ ਕਰਦੇ ਸਨ, ਪੂਜਾ ਕਰਿਆ ਕਰਦੇ ਸਨ। ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣਾ ਮੰਨ ਕੇ ਨਾਨਕ ਲਾਮਾ ਕਹਿ ਕੇ ਪੁਕਾਰਿਆ ਕਰਦੇ ਸਨ, ਬਈ ਇਹ ਸਾਡੇ ਨਾਨਕ ਲਾਮਾ ਨੇ। ਪਰ ਅੱਜ ਇਸ ਸਥਾਨ 'ਤੇ ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਅੱਜ ਇਸ ਸਥਾਨ 'ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼੍ਰੀਨਗਰ ਤੋਂ ਲੇਹ ਲੱਦਾਖ ਜਾਣ ਵਾਲੀ ਪੱਕੀ ਸੜਕ ਉੱਤੇ ਲੇਹ ਲੱਦਾਖ ਸ਼ਹਿਰ ਤੋਂ 25 ਕਿਲੋਮੀਟਰ ਪਿੱਛੇ ਇਹ ਸੁੰਦਰ ਗੁਰਦੁਆਰਾ ਸੁਸ਼ੋਭਿਤ ਹੈ ਅਤੇ ਇਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਪੱਥਰ ਪਿੱਠ ਸਾਹਿਬ ਲੇਹ ਲੱਦਾਖ। ਇਸ ਗੁਰਦੁਆਰੇ ਦੀ ਸੇਵਾ ਸੰਭਾਲਤਾ ਸਤਿਗੁਰ ਪਾਤਸ਼ਾਹ ਜੀ ਨੇ ਸਾਡੀ ਮਿਲਟਰੀ ਦੇ ਨੌਜਵਾਨ ਵੀਰਾਂ ਨੂੰ ਬਖਸ਼ੀ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਸੰਸਾਰ ਨੂੰ ਤਾਰਦੇ ਜਦੋਂ ਇਸ ਤੋਂ ਥੋੜ੍ਹੀ ਜਿਹੀ ਹੋਰ ਅੱਗੇ ਗਏ, ਸਾਧ ਸੰਗਤ, ਉੱਥੇ ਦੇ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਰਹਿਮਤ ਕਰੋ, ਇੱਥੇ ਖੇਤੀ ਨਹੀਂ ਹੁੰਦੀ, ਜ਼ਮੀਨ ਉਪਜਾਊ ਨਹੀਂ ਹੈ, ਕਿਰਪਾ ਕਰੋ, ਰਹਿਮਤ ਕਰੋ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਕੀ ਕਰਿਸ਼ਮਾ ਸਾਧ ਸੰਗਤ, ਸਤਿਗੁਰ ਪਾਤਸ਼ਾਹ ਜੀ ਨੇ ਚੌਲ ਦੇ ਦਾਣੇ ਹੱਥ ਵਿੱਚ ਫੜੇ। ਧਿਆਨ ਨਾਲ ਸਰਵਣ ਕਰਨਾ, ਚੌਲ ਦੇ ਦਾਣੇ ਹੱਥ ਵਿੱਚ ਫੜੇ ਤੇ ਇਉਂ ਫੜ ਕੇ ਖਲੇਰ ਦਿੱਤੇ। ਜਿਤਨੀ ਦੂਰ ਦੂਰ ਤੱਕ ਉਹ ਦਾਣੇ ਗਏ, ਸਾਧ ਸੰਗਤ, ਕੇਵਲ ਉਹੀ ਜਗ੍ਹਾ, ਕੇਵਲ ਉਹੀ ਧਰਤੀ ਐਸੀ ਹੈ ਜੋ ਉਪਜਾਊ ਹੈ, ਜਿੱਥੇ ਕਿ ਖੇਤੀ ਹੁੰਦੀ ਹੈ। ਥੋੜ੍ਹੀ ਜਿਹੀ ਧਰਤੀ। ਸਤਿਗੁਰੂ ਪਾਤਸ਼ਾਹ ਜੀ ਨੇ ਕਰਿਸ਼ਮਾ ਵਰਤਾਇਆ, ਰਹਿਮਤ ਕੀਤੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਜਿਨ੍ਹਾਂ ਨੇ ਲੋਕਾਂ ਦੀ ਪੁਕਾਰ ਨੂੰ ਸੁਣਿਆ ਅਤੇ ਕਿੱਥੇ ਕਿੱਥੇ ਜਾ ਕੇ ਸੰਸਾਰ ਨੂੰ ਤਾਰਿਆ। ਪੂਜਨੀਕ ਹਨ ਉਹ ਸਥਾਨ ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਪਏ ਨੇ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਇਹੀ ਬਖਸ਼ਿਸ਼ ਕਰਦੇ ਹਨ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ, ਉਹ ਸਥਾਨ ਪੂਜਨੀਕ ਹੋ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।